सत श्री अकाल जी, की हाल चाल जी? असी ठीक हाँ, आई होप तुम भी ठीक होवोगे। दोपहर के बजन लगे 12:30। बलजीत ने 8 बजे रोटी खाधी सी, हुण उन्होंने फिर बहुत भुख लगी आ। खाता रहता है। इस करके हुण उन्होंने डिमांड की है कि पिज़्ज़ा बना दो। मैं पिज़्ज़ा बनाने लगी हाँ, देखते हैं किदां दा बनदा है। पिज़्ज़ा बनाने तो बाद मिलते हैं, तुहानूं फिर दिखाने। ये देखो मैं पिज़्ज़े का बेस तैयार कर लिया तो बनाने फिर पिज़्ज़ा। मिलते हैं पिज़्ज़ा बना के। पिज़्ज़े के बेस के उत्ते मैं सॉस लगा ली है। हुण इहदे उत्ते चीज़ जो भी सब्जियां वगैरह पानियां ने वो पा के रखते हैं ओवन दे विच। जदों पिज़्ज़ा रेडी हो गया फिर तुहानूं दिखाने। पिज़्ज़े का बेस रेडी है। ये मैं कुछ नहीं पाया, सिर्फ पनीर तो ओनियन तो चीज़। हाँ जी, बहुत सारे लोगों को मतलब कि डाउट रहिंदा गा, क्योंकि असी दोनों फोर्स मैंबर हाँ। मतलब कि असी नहीं दस सकते असी किहड़े डिपार्टमेंट च, क्योंकि ये भी फोर्स मैंबर है, मैं भी। बहुत सारे लोगों को मम्मी तो भी पूछते हैं है ना, मम्मी कि तुहाडे बच्चों की लव मैरिज आ? साडी लव मैरिज नहीं आ, साडी अरेंज मैरिज आ। ते मैरिज की मतलब कि किद्दां किद्दां कहानी शुरू हुई सीगी वो असी सुनाने। मम्मी स्टार्ट करो। मेरे ना चाचा जी का लड़का सीगा, ਉਹਦੇ ਨਾਲ ਇੱਕ लड़का सी बरनाले ਤੋਂ। ਉਹਨੇ ਗੱਲ ਕਰ ਲਈ ਜੀ ਐਂ ਕਰਕੇ ਵੀ ਤੁਸੀਂ ਰਿਸ਼ਤਾ ਮੇਰੇ ਭਾਂਜੇ ਨੂੰ ਲੈਣੇ ਹੋ। ਤੇ ਮੈਂ ਉਹ ਕਹਿੰਦਾ ਵੀ ਭੈਣੇ ਕਿਵੇਂ ਗੱਲ ਕਰੀਏ ਵੀ ਜੇ ਆਪਾਂ ਰਿਸ਼ਤੇ ਦੀ ਬਾਲ ਮਾਰੇ। ਮੈਂ ਕਿਹਾ ਚੱਲ ਠੀਕ ਹੈ ਵੀਡੀਓ ਦਿਖਾ ਦੇ, ਚੱਲ ਉਂਗਲੀਆਂ ਜੀ ਆਪਣਾ ਰਾਇ ਤਾਂ ਕੋਈ ਹੈ ਨਹੀਂ ਤੇ ਉਦੋਂ ਤੂੰ ਦਿਖਾ ਦੇ। ਚੱਲ ਕੋਈ ਇਹਨੇ ਲੜਕਾ ਆ ਗਿਆ, ਲੜਕੇ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਬੇਟਾ ਐਂ ਕਰਕੇ ਵੀ ਰਿਸ਼ਤੇ ਬਾਰੇ ਕਹਿੰਦੇ ਨੇ ਤੇ ਉਧਰੋਂ ਮੇਰੇ ਲਈ ਤਾਂ ਵੈਸੇ ਬਹੁਤ ਘਰਦਿਆਂ ਨੇ ਬਹੁਤ ਜ਼ਿਆਦਾ ਰਿਸ਼ਤੇ ਦੇਖੇ ਸੀਗੇ। ਤੇ ਉਧਰੋਂ ਮੇਰੇ ਮਾਮਾ ਜੀ ਕਿਸੇ ਬਰਨਾਲੇ ਕਿਸੇ ਬਾਣੀਏ ਕੋਲੇ ਮਤਲਬ ਕਿ ਸੌਦਾ ਜਿਨ੍ਹਾਂ ਨੇ ਉਹ ਆਪਣਾ ਮਤਲਬ ਕਿ ਗਰੋਸਰੀ ਦਾ ਸਮਾਨ ਖਰੀਦਦੇ ਆ, ਉਹਨਾਂ ਕੋਲੇ ਜਾਂਦੇ ਹੁੰਦੇ ਸੀ। ਉਹਨਾਂ ਨੇ ਦਸਤ ਪਾਈ ਸੀ ਸਾਨੂੰ ਰਿਸ਼ਤੇ ਦੀ। ਹਾਂ ਉਹ ਫਿਰ ਅਸੀਂ ਇਹਦੇ ਗੁੜੀਆ ਦੇ ਮਾਮਾ ਜੀ ਆ ਗਏ, ਇਹਦਾ ਭਰਾ ਆ ਗਿਆ ਕਾਕਾ ਦਾ ਸਾਲਾ ਤੇ ਆ ਕੇ ਉਹ ਕਹਿੰਦੇ ਵੀ ਆਏਗਾ ਕਿ ਭਾਈ ਵੀ ਤੁਸੀਂ ਰਿਸ਼ਤੇ ਬਾਰੇ ਗੱਲ। ਮੈਂ ਕਿਹਾ ਹਾਂ ਭਾਈ ਮੁੰਡਾ ਛੁੱਟੀ ਆਇਆ ਹੋਇਆ ਤੇ ਕਾਕਾ ਗਿਆ ਹੋਇਆ ਸੀ। ਇਹਦਾ ਮੰਮੀ ਮੈਂ ਤੈਨੂੰ ਇੰਨੀ ਕਾਹਲੀ ਨਾਲ ਥੋੜ੍ਹੀ ਆਖਿਆ ਸੀ, ਅਸੀਂ ਮਾਂ ਪੁੱਤ ਆਪਦੇ ਵਿੱਚ ਬਹੁਤ ਝਗੜਾ। ਮੰਮੀ ਮੈਂ ਐਡੀ ਛੇਤੀ ਨਹੀਂ ਆਖਿਆ ਵੀ ਕੋਈ ਟਾਈਮ ਤਾਂ ਲੈਂਦੀ। ਮੈਂ ਕਿਹਾ ਪੁੱਤਰ ਕੋਈ ਗੱਲ ਨਹੀਂ, ਇਹਨਾਂ ਦਾ ਮੈਂ ਅੱਜ ਹੀ ਟਾਈਮ ਲੱਗਿਆ ਤੇ ਤੂੰ ਕੋਈ ਗੱਲ ਨਹੀਂ ਯਾਰ ਮੈਂ ਨਹੀਂ ਸਾਹਮਣੇ ਜਾਂਦਾ ਅਜੇ ਤੇ ਤੂੰ ਫੇਰ ਟਾਈਮ ਦੇਣਾ ਬਾਅਦ ਚ। ਮੈਂ ਕਿਹਾ ਨਹੀਂ ਬੇਟਾ, ਮੈਂ ਕਿਹਾ ਅੱਜ ਤੂੰ ਇਹ ਪਹਿਲੀ ਵਾਰ ਹੀ ਸਾਡੇ ਰਿਸ਼ਤੇ ਦੀ ਗੱਲ ਹੋਈ ਸੀ ਤੇ ਹਜੇ ਰਿਸ਼ਤੇ ਦੀ ਕੋਈ ਵੈਸੇ ਸਲਾਹ ਨਹੀਂ ਸੀਗੀ। ਤੇ ਕਾਕਾ ਨਾ ਵੀ ਚੱਲ ਕੋਈ ਗੱਲ ਨਹੀਂ ਮੰਮੀ ਆਪਾਂ ਵੇਖ ਲੈਂਦੇ ਹਾਂ। ਹੱਸਣ ਲੱਗ ਗਿਆ, ਇਹ ਮਜ਼ਾਕੀ ਬੜਾ ਹੈਗਾ, ਚੌੜ ਚਿੱਤਾ ਬੜਾ ਇਹ ਹੈ ਨਾ। ਮੰਮੀ ਇੱਕ ਛੁੱਟੀ ਆ ਮੇਰੀ ਐ ਲੰਘ ਜੀ ਵੀ ਦੇਖਣ ਆਈ ਸੀ, ਅੱਜ ਆਪਾਂ ਜਾਵਾਂਗੇ, ਉਹ ਆਏ ਨੇ। ਇਸ ਤਰ੍ਹਾਂ ਕਰਕੇ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸੰਯੋਗ ਇਹਨਾਂ ਦੇ ਹੈਗੇ ਸੀ। ਤੇ ਇਹ ਮੋਟਰਸਾਈਕਲ ਲੈ ਕੇ ਗਿਆ ਸਾਡੇ ਗੁਆਂਢੀਆਂ ਦਾ, ਤੇ ਗੁਆਂਢੀਆਂ ਦਾ ਮੋਟਰਸਾਈਕਲ ਉੱਤੇ ਖਰਾਬ ਹੋ ਗਿਆ। ਸਾਡੇ ਇੱਥੇ ਮਾਨਸਾ 3 ਗੋਲੀਆਂ ਵੱਜਦੀਆਂ। ਉੱਥੇ ਮੁੰਡਾ ਹੈਗਾ ਸੀ, ਗਰਮੀ ਦਾ ਮਹੀਨਾ ਪੂਰਾ ਹੀ। ਇੱਕ ਮੰਮੀ ਨੇ ਜਿਹੜੀ ਸਾਨੂੰ ਫੋਟੋ ਭੇਜੀ ਬਲਜੀਤ ਦੀ, ਮਤਲਬ ਕਿ ਉਹ ਮੰਮੀ ਨੇ ਬਲਜੀਤ ਕਿਹੜੀ ਭੇਜੀ ਸੀ? ਜੰਗਲ ਕੈਂਪ ਦੀ ਮੰਮੀ ਨੇ ਫੋਟੋ ਭੇਜੀ। ਬਲਜੀਤ ਉਹਦੇ ਉੱਪਰ ਬਿਲਕੁਲ ਜੰਗਲੀ ਲੱਗ ਰਿਹਾ ਸੀ। ਮੈਨੂੰ ਐਟ ਏ ਟਾਈਮ 2 ਰਿਸ਼ਤੇ ਆਏ ਸੀ, ਇੱਕ ਮਾਸਟਰ ਦਾ ਇੱਕ ਇਧਰੋਂ ਆਇਆ ਸੀ। ਮੈਨੂੰ ਦੋਨੋਂ ਫੋਟੋਆਂ ਪਾਈਆਂ ਵੀ ਦੋਨਾਂ ਦਾ ਦੱਸਿਆ ਵੀ ਕਿਰਨ ਏਦਾਂ ਏਦਾਂ ਹਨਾ, ਇਹਦੀ ਇਹ ਜੋਬ ਹੈ, ਇਹਦੀ ਇਹ ਸਾਰਾ ਕੁਛ ਦੱਸਿਆ। ਮੈਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਸਟਰ ਨੂੰ ਦੇਖਿਆ? ਮੈਂ ਕਿਹਾ ਮੁੰਡਾ ਸੋਹਣਾ ਨਹੀਂ। ਪਰ ਫਿਰ ਜਦੋਂ ਮੇਰਾ ਬ੍ਰਦਰ ਦੇਖਣ ਆਇਆ ਫਿਰ ਉਹਨੇ ਦੱਸਿਆ, ਕਹਿੰਦਾ ਕਿਰਨ ਜੋ ਫੋਟੋ 'ਚ ਮੁੰਡਾ ਉਦਾਂ ਨਹੀਂ, ਮੁੰਡਾ ਬਹੁਤ ਪਰਸਨੈਲ ਢੜਾ। ਹੁਣ ਬਲਜੀਤ ਜ਼ਿਆਦਾ ਹਵਾਲਾ ਜਾਣਗੇ ਵੀ ਮੁੰਡਾ ਸੋਹਣਾ ਗਾ, ਆਪਾਂ ਦੇਖ ਲੈਂਦੇ ਆ। ਕਹਿੰਦਾ ਕੋਈ ਗੱਲ ਨਹੀਂ ਮੁੰਡਾ ਸੋਹਣਾ ਗਾ, ਦੱਸੇ ਬਲਜੀਤ। ਚਲੋ ਮੇਰੇ ਮਾਮਾ ਜੀ ਹੁਣੀ ਫਸਟ ਟਾਈਮ ਹੀ ਇਹਨਾਂ ਨੂੰ ਦੱਸਣਾ ਦੇਖਣ ਆਏ ਸੀ, ਇਹ ਸਟੋਰੀ ਸੁਣਾਉਣਗੇ। ਬਲਜੀਤ ਕਿੱਦਾਂ ਦੀ ਕੰਡੀਸ਼ਨ 'ਚ ਸੀ ਤੁਸੀਂ? ਮੈਂ ਮਾਨਸਾ ਗਿਆ ਹੋਇਆ ਸੀਗਾ ਮਾਨਸਾ ਮੈਂ ਦੁਕਾਨ ਤੇ ਸੀਗਾ। ਦੁਕਾਨ ਤੇ ਮੈਂ ਛੁੱਟੀ ਹੋਈ ਨਵਾਂ ਆਇਆ ਸੀਗਾ ਤੇ ਮਾਤਾ ਮੈਨੂੰ ਕਹਿੰਦੀ ਵੀ ਭਾਈ ਤੈਨੂੰ ਰਿਸ਼ਤਾ ਦੇਖਣ ਆਉਣਗੇ। ਜਦੋਂ ਮੈਨੂੰ ਕਿਹਾ ਭਾਈ ਰਿਸ਼ਤਾ ਦੇਖਣ ਆਉਣਗੇ ਤੇ ਮੈਂ ਕਿਹਾ ਚੱਲ ਠੀਕ ਆ ਭਾਈ ਮੈਂ ਆ ਕੇ ਦੇਖ ਜਾਣਾ। ਮਾਤਾ ਕਹਿੰਦੀ ਬਾਜ਼ਾਰੋਂ ਸਮਾਨ ਲੈ ਕੇ ਆਉਣਾ। ਮੈਂ ਇੱਥੋਂ ਆਪਣੇ ਗੁਆਂਢੀ ਨੇ ਉਹਨਾਂ ਦਾ ਮੋਟਰਸਾਈਕਲ ਲੈ ਗਿਆ। ਮੈਂ ਜਦੋਂ ਤੋਂ ਮੋਟਰਸਾਈਕਲ ਲੈ ਗਿਆ ਭਾਈ ਤੇ ਮੁੜ ਕੇ ਉੱਥੇ ਹੋ ਗਿਆ। ਮੁੜ ਕੇ ਜੀ ਉਹਦਾ ਤੇਲ ਮੁੱਕ ਗਿਆ, ਖਰਾਬ ਹੀ ਸੀਗਾ ਮੋਟਰਸਾਈਕਲ। ਉਹ ਖਰਾਬ ਸੀਗਾ ਵੀ ਜਦੋਂ ਭਾਈ ਖਰਾਬ ਹੋ ਗਿਆ ਤੇ ਮੁੜ ਕੇ ਮੈਂ ਉਹ ਕਰੀ ਜਾਵਾਂ ਤੇ ਖਰਾਬ ਹੋ ਗਿਆ। ਮੁੜ ਕੇ ਮੈਂ ਕਿੱਦਾਂ ਰੁਕਾ ਮਾਰ ਲੱਗਾ। ਇੱਧਰੋਂ ਮੈਨੂੰ ਆ ਗਈ ਜੀ ਰਿਸ਼ਤਾ ਦੇਖਣ ਵਾਲੇ।
ਤੇ ਮੈਂ ਉੱਥੋਂ ਦੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੇਲ ਤੂਲ ਪਵਾਇਆ ਜਾਊਂਗੇ ਇੱਧਰ ਘਰੇ ਰਿਸ਼ਤੇ ਦੇਖਣ ਵਾਲੇ ਬੈਠੇ, ਇੱਧਰੋਂ ਮਾਤਾ ਫੋਨ ਕਰੀ ਜਾਏ, ਉੱਧਰੋਂ ਮੋਟਰਸਾਈਕਲ ਕਰਾ ਮੈਨੂੰ ਕਿਹੜੀ ਜਗ੍ਹਾ ਵਿਚਾਰੇ ਪਾਸੇ ਦਿੱਤਾ, ਉੱਧਰੋਂ ਮੈਂ ਬਾਹਰ ਫੋਨ ਨਹੀਂ ਕਰਾਏ ਬਾਈ ਜੀ। ਤੇ ਮੇਰੇ ਮਸ਼ੀਨਾਂ ਐ ਵਗੇ ਜਿਵੇਂ ਪਾਣੀ ਵਗਦਾ ਹੁੰਦਾ ਹੈ। ਤੇ ਜੀ ਮੈਂ ਜਦੋਂ ਆਇਆ ਮਾਤਾ ਕਹਿੰਦੀ ਘਰੇ ਆਇਆ ਮੈਂ, ਤੇਲ ਤੂਲ ਪਵਾਇਆ ਕਿ ਕੋਈ ਜਤਨ ਪਵਾ ਕੇ ਮੈਂ ਘਰੇ ਪਹੁੰਚ ਕੇ ਜੀ ਮੈਂ ਯਤਨ ਕੀਤੇ ਬਥੇਰੇ ਵੀ ਮੈਂ ਨਾ ਜਾਵਾਂ ਇਹਨਾਂ ਕੋਲ। ਤੇ ਮਾਤਾ ਮੈਨੂੰ ਕਹਿੰਦੀ ਵੀ ਭਾਈ ਜਾਣਾ ਹੀ ਪੈਣਾ, ਹੁਣ ਤੈਨੂੰ ਰਿਸ਼ਤਾ ਦੇਖਣ ਆਇਆ ਇਹਨੂੰ। ਮੇਰਾ ਜੀ ਪਹਿਲੀ ਵਾਰੀ ਰਿਸ਼ਤਾ ਮੈਂ ਕਿਸੇ ਦੇ ਅੱਗੇ ਬੈਠਾ ਸੀਗਾ, ਹੁਣ ਯਾਰਾਂ ਮਿੱਤਰਾਂ ਕੇ ਮੈਂ ਬਣਾ ਕੇ ਤਾਂ ਬੰਦਾ ਆਪਦਾ ਖੇਡਦਾ ਰਹਿੰਦਾ। ਤੇ ਮੈਂ ਕਿਤੇ ਰਿਸ਼ਤਾ ਆਪਾਂ ਇਹ ਕੰਮਾਂ 'ਚ ਪਏ ਨਹੀਂ ਸੀਗੇ। ਤੇ ਜੀ ਮੈਂ ਰਿਸ਼ਤੇਦਾਰ ਜੀ ਪਹਿਲਾ ਵਾਰੀ ਰਿਸ਼ਤਾ ਹੋਇਆ ਸੀ ਮੇਰਾ, ਪਹਿਲੇ ਵਾਰੀ ਮੈਂ ਦੇਖਣ ਗਿਆ ਬੈਠਾ ਜੀ, ਮੈਨੂੰ ਸੰਗ ਲੱਗੀ ਜੀ ਫਿਰ ਮੈਂ ਕਿਹਾ ਚਲੋ ਜੀ ਬੈਠ ਜਾਂਦੇ ਹਾਂ। ਮੇਰੇ ਬਾਲ ਲਿਬੜੇ ਜੀ, ਮੂੰਹ ਮੇਰਾ ਲਿਬੜਾ। ਤੇ ਉਧਰੋਂ ਹਨਾ ਮੈਨੂੰ ਮਤਲਬ ਕਿ ਏਦਾਂ ਕੋਈ ਪਤਾ ਨਹੀਂ ਸੀਗਾ। ਮੰਮੀ ਮੇਰੇ ਨੇ ਠੁੱਡੀਵਾਲ ਵਾਲਿਆਂ ਨੇ ਮੈਨੂੰ ਅਚਾਨਕ, ਮੈਂ ਆਪਣੀ ਜੌਬ ਤੇ ਸੀ, ਅਚਾਨਕ ਫੋਨ ਕਰਕੇ ਕਿਹਾ ਕਿਰਨ ਤੂੰ ਛੁੱਟੀ ਆ ਜਾ, ਮਤਲਬ ਕਿ ਤੇਰੇ ਲਈ ਮੁੰਡਾ ਦੇਖਿਆ। ਮੈਂ ਇੰਨਾ ਜ਼ਿਆਦਾ ਗੁੱਸੇ ਹੋਈ ਮੰਮੀ ਨੂੰ, ਮੰਮੀ ਮੇਰਾ ਆਪਣਾ ਰਾਸ ਹੋ ਰਹੀ, ਮੈਂ ਅਚਾਨਕ ਛੁੱਟੀ ਆ ਜਾ। ਪਰ ਮੇਰੀ ਮੰਮੀ ਬਹੁਤ ਜ਼ਿਆਦਾ ਗੁੱਸੇ ਹੋਏ। ਫਿਰ ਮੇਰੀ ਫਰੈਂਡ ਇੱਕ ਕੁਲਵਿੰਦਰ, ਉਹਨਾਂ ਨੇ ਸਾਡੀ ਕੰਪਨੀ ਕਮਾਂਡਰ ਨਾਲ ਗੱਲ ਕੀਤੀ ਤੇ ਫਿਰ ਮੈਂ ਉਧਰੋਂ ਛੁੱਟੀ ਤੇ ਆਈ। ਤੇ ਮੁੜ ਕੇ ਮੈਂ ਆਖਿਆ ਇਹ ਆਂਦਾ ਵੀ ਨਹੀਂ ਮੰਮੀ ਵੀ ਮੈਂ ਤੈਨੂੰ ਐ ਪੱਕੇ ਰਿਸ਼ਤੇ ਬਾਰੇ ਗੱਲ ਥੋੜੀ ਕਰੀ ਸੀ। ਮੈਂ ਕਿਹਾ ਪੁੱਤਰ ਹੋਰ ਹੁਣ ਰਿਸ਼ਤਾ ਤਾਂ ਲੈਣਾ ਹੀ ਹੈ ਤੇ ਇਹਦੀ ਜੌਬ ਥੋੜੀ ਸੀ ਅਜੇ, ਵੈਸੇ ਵੀ ਕੋਈ ਆਹ ਵੀ ਹੈ ਨਹੀਂ ਸੀ ਵਿਚਾਰ। ਤੇ ਮੈਂ ਆਖਿਆ ਚਲੋ ਕੋਈ ਗੱਲ ਨਹੀਂ ਬੇਟਾ, ਜੇ ਵੈਸੇ ਫਸਟ ਪਹਿਲੇ ਇੱਕ ਵਾਰ ਗੱਲ ਹੋਈ ਸੀ ਰਿਸ਼ਤੇ ਦੀ, ਉਹ ਇਹ ਦੂਜਾ ਰਿਸ਼ਤਾ। ਮੈਂ ਕਿਹਾ ਪਹਿਲੀ ਵਾਰ ਪੁੱਤਰ ਰਿਸ਼ਤਾ ਮੈਂ ਮੋੜਨਾ ਨਹੀਂ ਚਾਹੁੰਦੀ, ਪਹਿਲੀ ਵਾਰ ਦੇ ਵਿੱਚ ਹੀ ਮੰਨ ਲਗੇ ਜੇ ਆਪਣੇ ਤੈਨੂੰ ਗੱਲ ਠੀਕ ਲੱਗਦੀ ਹੈ ਤਾਂ ਵੀ ਆਪਾਂ, ਮੈਂ ਨਹੀਂ ਚਾਹੁੰਦੀ ਵੀ ਅੱਗੇ ਪੁਰਾਣੇ ਬੁੜਿਆਂ ਦੇ ਵਿਚਾਰ ਹੁੰਦੇ ਸੀ ਆਨੇ ਕਹਿ ਰਹੇ ਨੇ ਜੀ ਪਹਿਲੀ ਲੱਛਣੀ ਕਦੇ ਮੋੜਨੀ ਨਹੀਂ ਚਾਹੀਦੀ ਵੀ ਜਿਹੜਾ ਰਿਸ਼ਤਾ ਆ। ਮੈਂ ਆਖਿਆ ਮੈਂ ਨਹੀਂ ਮੋੜਨਾ ਇਹ। ਫਿਰ ਵੈਸੇ ਵੀ ਐਵੇਂ ਮੈਂ ਕਹਾਂ ਮੇਰਾ ਬੱਚਾ ਬਹੁਤ ਸਿਆਣਾ ਸੀਗਾ, ਬਹੁਤ ਸਮਝਦਾਰ ਸੀ। ਫਿਰ ਆ ਨਾ ਮੰਮੀ ਚਲੋ ਜਦੋਂ ਤੱਕ ਗੱਲ ਕਰਨੀ ਚਲੋ ਕੋਈ ਗੱਲ ਨਹੀਂ ਤੇਰੀ ਇੱਛਾ ਹੈਗੀ। ਤੇ ਮੁੜ ਕੇ ਅਸੀਂ ਭਾਈ ਮਹਾਰਾਜ ਨੇ ਕਿਰਪਾ ਕੀਤੀ, ਇਹਦੇ ਮਾਮਾ ਜੀ ਨੂੰ ਤੇ ਉਹ ਕਾਕੇ ਨੂੰ ਮੈਂ ਸਾਰਾ ਕੁਝ ਦੱਸਿਆ ਤੇ ਉਹਨੇ ਵੀ ਸਾਨੂੰ ਫਿੱਟ ਹੈ। ਤੇ ਮੁੜ ਕੇ ਅਸੀਂ ਉਸੇ ਛੁੱਟੀ ਦੇ ਵਿੱਚ ਦੇਖਣ ਗਏ ਤੇ ਵਿੱਚ ਟਵਿਸਟ ਕੀ ਆਇਆ, ਮਤਲਬ ਕਿ ਇਧਰੋਂ ਮੇਰੇ ਬ੍ਰਦਰ ਹੁਣੀ ਸਾਰਾ ਕੁਝ ਦੇਖ ਕੇ ਗਏ, ਉਹਨਾਂ ਨੂੰ ਡਨ ਲੱਗਿਆ। ਮੈਂ 15 ਦਿਨ ਦੀ ਆਪਣੀ ਜੌਬ ਤੋਂ ਲੀਵ ਲੈ ਕੇ ਆਈ, ਉਹਨਾਂ ਨੂੰ ਸਾਰਾ ਕੁਝ ਡਨ ਲੱਗਿਆ। ਜੋ ਵਿੱਚ ਸਾਡਾ ਵਿਚੋਲਾ ਸੀ ਮਤਲਬ ਕਿ ਉਹਨੂੰ ਵਿੱਚ ਥੋੜੀ ਜਿਹੀ ਪ੍ਰੋਬਲਮ ਹੋ ਗਈ, ਮਤਲਬ ਕਿ ਉਹ ਥੋੜਾ ਮੰਮੀ ਕੀ ਕਮਲੇਬਾਜ਼ੀ ਕਰ ਰਹੇ ਸੀ। ਉਹ ਪਤਾ ਕੀ ਆਂਦੇ ਉਹ ਆਂਦੇ ਵੀ ਅਸੀਂ ਰਿਸ਼ਤਾ ਕਰਵਾਉਣੇ ਆ ਤੇ ਵੀ ਅਸੀਂ ਭਾਈ ਵੀ 60,000 ਰੁਪਇਆ ਸੁੱਖ ਲਵਾਂਗੇ, 30,000 ਉਹਨਾਂ ਤੋਂ। ਮੈਂ ਕਿਹਾ ਵੀ ਇਹ ਗੱਲ ਗਲਤ ਹੈ। ਦੇਖੋ ਮੈਂ ਕਿਹਾ 1 ਤੋਲਾ ਸੋਨੇ ਦਾ ਤੁਹਾਨੂੰ ਪਾਉਂਗੀ ਤੇ ਮੈਂ ਰਿਸ਼ਤੇ ਆਪ ਬੜੇ ਕਰਵਾਏ ਨੇ, ਮੈਂ 60 ਰਿਸ਼ਤੇ ਕਰਾਏ ਨੇ, 60 ਦੀ ਬਜਾਏ ਮੈਂ 70 ਹੀ ਕਰਾਏ ਹੋਣਗੇ, ਘੱਟ ਨਹੀਂ ਗਏ। ਤੇ ਮੈਂ 1 ਤੋਲਾ ਸੋਨੇ ਦਾ ਤੁਹਾਨੂੰ ਪਾਉਂਗੀ ਤੇ ਤੁਸੀਂ ਜਿਵੇਂ ਮਰਜ਼ੀ ਦੇ ਦੋ ਵਿਚੋਲੇ ਸੀ, 3 ਹੋ ਗਏ ਸੀ। ਮੈਂ ਕਿਹਾ ਤਿੰਨੋਂ ਤੁਸੀਂ ਭਾਵੇਂ ਭਾਈ ਪੇਮੈਂਟ ਲੈ ਲਓ। ਉਹ ਆਂਦੇ ਵੀ ਨਹੀਂ। ਫਿਰ ਮੁੜ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਉਹ ਤਾਂ ਭਾਈ ਤੁਹਾਡੇ ਵਾਸਤੇ ਵਧੀਆ ਨਹੀਂ ਰਿਸ਼ਤਾ ਤੇ ਇਹਨਾਂ ਨੂੰ ਕੁੜੀ ਵਾਲਿਆਂ ਨੂੰ ਤੇ ਭਾਈ ਉਧਰ ਮਤਲਬ ਕਿ ਸਾਰਾ ਕੁਝ ਡਨ ਸੀ। ਗੋਰੇ ਨੂੰ ਮਤਲਬ ਕਿ ਮੇਰੇ ਬ੍ਰਦਰ ਨੂੰ ਸਾਰਾ, ਮਾਮਾ ਜੀ ਹੁਣੇ ਨੂੰ ਘਰ ਪਸੰਦ, ਹਰ ਚੀਜ਼ ਰੈਡੀ ਸੀ ਹਨਾ। ਫਿਰ ਉਹ ਵਿਚੋਲੇ ਨਾਲ ਗੱਲ ਕੀਤੀ ਵੀ ਠੀਕ ਆ ਵੀ ਸਾਨੂੰ ਸਭ ਕੁਝ ਪਸੰਦ ਆ ਹਨਾ, ਥੋੜੀ ਛੁੱਟੀ ਆ ਵੀ ਤੁਸੀਂ ਉਹ ਸਗਨ ਪਵਾ ਲਓ, ਰੋਕਾ ਵਗੈਰਾ ਕਰਵਾ ਲਓ। ਤੇ ਫਿਰ ਉਹ ਮਨਾ ਕਰਨ ਲੱਗੇ, ਕਹਿੰਦੇ ਵੀ ਜਦੋਂ ਮੇਰਾ ਬ੍ਰਦਰ ਆਇਆ ਸੀ ਮਤਲਬ ਕਿ ਉਦੋਂ ਇਹਨਾਂ ਮੰਮੀ ਨਾਲ ਗੱਲ ਕੀਤੀ ਸੀ ਮੇਰੇ ਬ੍ਰਦਰ ਨੇ ਵੀ ਮੇਰੇ ਸਿਰ ਏਦਾਂ ਫਾਦਰ ਨਹੀਂ ਆ। ਮੰਮੀ ਕਹਿੰਦੇ ਸਾਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਪਰ ਬਾਅਦ ਚ ਫਿਰ ਉਹਨਾਂ ਨੇ ਵਿਚੋਲਿਆਂ ਨੇ ਸਾਨੂੰ ਦੱਸਿਆ ਵੀ ਉਹ ਡਿਮਾਂਡ ਕਰਨ ਲੱਗ ਗਏ ਏਦਾਂ ਨਾ। ਮੇਰੇ ਬ੍ਰਦਰ ਨੂੰ ਮਤਲਬ ਕਿ ਬੜਾ ਗੁੱਸਾ ਜਿਹਾ ਆਇਆ ਉਹ ਏਦਾਂ, ਪਰ ਮੰਮੀ ਦਾ ਉਹ ਨੰਬਰ ਲੈ ਗਈ ਸੀ। ਉਹ ਕਹਿੰਦਾ ਵੀ ਦੇਖੀ ਉਦੋਂ ਕਹਿੰਦਾ ਫਿਰ ਉਹੀ ਲੇਡੀਜ਼ ਵਾਲੀ ਗੱਲ ਹੋ ਗਈ ਵੀ ਉਦੋਂ ਅਸੀਂ ਬਾਰ-ਬਾਰ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਕੋਈ ਡਿਮਾਂਡ ਆ ਸਾਨੂੰ ਦੱਸ ਦਿਓ। ਕਹਿੰਦਾ ਚੱਲ ਆਪਾਂ ਇੱਕ ਵਾਰੀ ਫੋਨ ਕਰਕੇ ਪੁੱਛਦੇ ਆ ਵੀ ਆਂਟੀ ਕੀ ਚੱਕਰ ਪੈ ਗਿਆ ਵੀ ਉਦੋਂ ਤਾਂ ਤੁਸੀਂ ਬਾਰ-ਬਾਰ ਏਦਾਂ ਡਿਮਾਂਡ ਵੱਲੋਂ ਮਨਾ ਕਰ ਰਹੇ ਸੀ ਵੀ ਹੁਣ ਅਚਾਨਕ ਕੀ ਹੋ ਗਿਆ। ਫਿਰ ਮੰਮੀ ਤੁਸੀਂ ਫੋਨ ਕੀਤਾ ਸੀ ਗੋਰੇ ਨੂੰ ਜਾਂ ਉਹਨਾਂ ਨੇ ਕੀਤਾ ਸੀ? ਹਾਂ ਪਹਿਲਾਂ ਉਹਨਾਂ ਨੇ ਕਰ ਲਿਆ ਫਿਰ ਮੈਂ ਕੀਤਾ। ਉਹ ਆਂਦਾ ਵੀ ਆਂਟੀ ਮੈਂ ਆਖਿਆ ਵੀ ਉਹ ਇਹਨੇ ਕੁੜੀ ਦੇ ਡੈਡੀ ਐਸ ਨੇ ਮਾਮਾ ਜੀ ਨੇ ਕਿਹਾ ਵੀ ਥੋੜੀ ਮੰਗ ਹੈ ਤਾਂ ਅੱਜ ਦੱਸ ਦਿਓ, ਕੱਲ ਨੂੰ ਨਾ ਸਾਡੀ ਕੁੜੀ ਨੂੰ ਕਿਹਾ। ਮੈਂ ਕਿਹਾ ਪੁੱਤਰ ਮੈਂ ਦੇਖੋ ਨਾ ਮੇਰੀ ਮੰਗ ਅੱਜ ਹੈ ਨਾ ਕੱਲ ਨੂੰ ਹੈ ਤੇ ਪਰ ਕੁੜੀ ਹੈ ਜਿਹੜੀ ਮੇਰੀ ਧੀ ਬਣ ਕੇ ਰਹੇ, ਮੈਨੂੰ ਪਾਸੇ ਦੀ ਲੋੜ ਨਹੀਂ, ਮੇਰੇ ਇਕੱਲਾ ਲੜਕਾ ਹੈ। ਉਹ ਨੇ ਕੱਲ ਨੂੰ ਕੁੜੀਆਂ ਕਹਿੰਦੇ। ਮੈਂ ਕਿਹਾ ਸਾਰੀ ਉਮਰ ਵੀਰ ਮੇਰਾ ਜੇ ਮੈਂ ਦਾਜ ਬਾਰੇ ਕਹੇਗੀ ਨਾ ਮੈਂ ਤੁਸੀਂ ਮੈਨੂੰ ਨੀਵੇਂ ਥਾਂ ਖੜਾ ਦਿਓ, ਸਾਨੂੰ ਕੁਛ ਨਹੀਂ ਚਾਹੀਦਾ, ਇਕੱਲੇ ਬਰਾਤ ਦੀ ਸੇਵਾ ਜ਼ਰੂਰ ਚਾਹੀਦੀ ਹੈ, ਭਾਵੇਂ ਵੀ ਸਾਡਾ ਕੌਲੀ ਵੀ ਨਾ ਆਵੇ। ਤੇ ਫਿਰ ਉਹ ਕਹਿੰਦੇ ਵੀ ਨਹੀਂ ਵੀ ਇਹੋ ਜਿਹੀ ਗੱਲ ਤਾਂ ਨਹੀਂ। ਮਤਲਬ ਕਿ ਉਹਨੇ ਮੁੜ ਕੇ ਉਹ ਕੁੜੀ ਵਿਚੋਲੇ ਨੂੰ ਆਪਣੇ ਵਿਚੋਲਗਿਰੀ ਦੇ ਚੱਕਰ ਦੇ ਵਿੱਚ
ਮੈਨੂੰ ਆਂਦੇ ਵੀ ਨਹੀਂ ਉਹ ਤੁਹਾਡਾ ਮੇਲ ਨਹੀਂ ਖਾਂਦੇ, ਇਹ ਬਹੁਤ ਇਦਾਂ ਦੀਆਂ ਗੱਲਾਂ ਕਰਨ ਲੱਗੀ। ਮੈਂ ਇਹਨਾਂ ਦੀ ਵੀ ਦਿਲਚਸਪੀ ਸਾਡੀ ਵੀ ਸੀ ਤੇ ਮੁੜ ਕੇ ਫੋਨ ਕਰ ਲਿਆ ਤੇ ਉਹ ਵੀ ਐਂ ਕਹਿੰਦੇ ਨੇ। ਮੈਂ ਕਿਹਾ ਨਹੀਂ ਵੀਰੇ, ਮੈਂ ਸਾਨੂੰ ਕੋਈ ਕਾਸੇ ਦੀ ਜ਼ਰੂਰਤ, ਜਿਹੜੀ ਤੁਹਾਨੂੰ ਉਹਦੇ ਗੱਲ ਕਹੀ ਹੈ ਸਾਰੀ ਉਮਰ ਉਸੇ ਗੱਲ ਤੇ ਰਹੂੰਗੀ ਵੀ ਇਹ ਨਹੀਂ ਹੋ ਸਕਦਾ। ਫਿਰ ਉਹ ਕਹਿੰਦੇ ਵੀ ਠੀਕ ਹੈ ਚਲੋ। ਫਿਰ ਅਸੀਂ ਉਹ ਵਿਚੋਲਾ ਵਿੱਚ ਵੀ ਕਰਦਾ। ਮੋਸਟਲੀ ਲੋਕਾਂ ਦੇ ਵਿਚੋਲੇ ਰਿਸ਼ਤੇ ਕਰਾਉਂਦੇ ਹੁੰਦੇ ਨੇ, ਮਤਲਬ ਕਿ ਫਿਰ ਵੀ ਕਈ ਵਾਰੀ ਚਲੋ ਹਨਾ ਹਰ ਕਿਸੇ ਦਾ ਲੱਕ ਹੁੰਦਾ ਦਾ ਰਿਸ਼ਤਾ ਨਹੀਂ ਹੁੰਦਾ, ਪਰ ਸਾਡੇ ਵਿੱਚ ਇਦਾਂ ਸੀ ਵਿਚੋਲੇ ਨੇ ਹੀ ਬਹਾਨੇ ਮਾਰਦੀ, ਪਰ ਸਾਡੀ ਕਿਸਮਤ ਸੀ ਸਾਡਾ ਰਿਸ਼ਤਾ ਹੋ ਗਿਆ। ਵੱਡੇ ਸੀਗੇ ਸਾਡੇ ਚਾਚਾ ਜੀ ਦਾ ਲੜਕਾ ਸੀ। ਫਿਰ ਮੈਂ ਵਿੱਚ ਉਹਨੂੰ ਮੈਂ ਜ਼ਰੂਰ ਕਿਹਾ ਵੀ ਵੀਰੇ ਤੈਨੂੰ ਮੈਂ ਜ਼ਰੂਰ ਸ਼ਾਮ ਪਾਉਂਗੀ, ਤੇ ਪਰ ਉਹ ਵਿਚੋਲਿਆਂ ਨੂੰ ਨਹੀਂ। ਤੇ ਬਾਅਦ ਚ ਜਦੋਂ ਸਾਡਾ ਵਿਆਹ ਹੋ ਗਿਆ ਬੱਚਿਆਂ ਦਾ, ਤੇ ਵਿਆਹ ਤੋਂ ਬਾਅਦ ਚ ਉਹ ਗੇੜੇ ਮਾਰਦੇ ਰਹੇ। ਮੈਨੂੰ ਆਂਦੇ ਵੀ ਜਦੋਂ ਤੁਸੀਂ ਰਿਸ਼ਤਾ ਉੱਥੇ ਹੀ ਲੈ ਲਿਆ। ਮੈਂ ਆਖਿਆ ਵੀਰੇ ਤੁਸੀਂ ਤਾਂ ਸਾਡੀ ਭੰਡੀ ਕੀਤੀ, ਜੇ ਤਾਂ ਤੁਸੀਂ ਸਾਡਾ ਸਿਰੇ ਚੜਾਉਣ ਵਾਲੀ ਗੱਲ। ਫਿਰ ਉਸੇ ਹੀ ਛੁੱਟੀ ਦੇ ਵਿੱਚ ਮਤਲਬ ਕਿ ਇਦਾਂ ਮੇਰੇ ਬ੍ਰਦਰ ਨੇ ਮੇਰੇ ਮਾਮਾ ਜੀ ਫਿਰ ਮੰਮੀ ਨਾਲ ਡਾਇਰੈਕਟ ਗੱਲ ਕਰਨ ਲੱਗੇ। ਮਾਮਾ ਜੀ ਕੋਲੇ ਮੰਮੀ ਦਾ ਨੰਬਰ ਸੀ, ਫਿਰ ਡਾਇਰੈਕਟ ਮੰਮੀ ਨੂੰ ਕਾਲ ਕਰ ਲੈਂਦੇ ਸੀ। ਫਿਰ ਉਸੇ ਹੀ ਛੁੱਟੀ 'ਚ ਮੇਰੇ ਕੋਲੇ ਕੋਈ ਵੀ ਸੂਟ ਨਹੀਂ ਸੀਗਾ, ਮਤਲਬ ਕਿ ਇਦਾਂ ਨੋਰਮਲ ਮੈਂ ਬਹੁਤ ਜ਼ਿਆਦਾ ਸੂਟ ਨਹੀਂ ਸਮਾਉਂਦੀ। ਫਿਰ ਅਚਾਨਕ ਰਾਤ ਨੂੰ ਮੇਰੇ ਤਾਇਆ ਜੀ ਦੀ ਨੂੰਹ ਨੇ ਫਿਰ ਮੇਰਾ ਸੂਟ ਸੀਤਾ। ਫਿਰ ਉਸੇ ਛੁੱਟੀ ਦੇ ਵਿੱਚ ਸਾਡਾ ਮਤਲਬ ਕਿ ਰੋਕਾ ਨਹੀਂ, ਪਰ ਮੰਮੀ ਉਹਨਾਂ ਦੇ ਬਾਣੀਆਂ ਦੇ ਘਰ, ਮੈਂ ਮੰਮੀ ਤੇ ਬਲਜੀਤ ਮੈਨੂੰ ਫਸਟ ਟਾਈਮਿੰਗ ਜਿਹੜੇ ਉਹ ਬਾਣੀਆਂ ਉਹਨਾਂ ਦੇ ਘਰ ਦੇਖ ਕੇ ਆਏ। ਉਦੋਂ ਮਤਲਬ ਕਿ ਬਲਜੀਤ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਨੂੰ ਫੋਟੋ ਤੇ ਬਲਜੀਤ ਬਿਲਕੁਲ ਪਸੰਦ ਨਹੀਂ ਆਇਆ, ਪਰ ਨਹੀਂ ਫਿਰ ਬਲਜੀਤ ਦੀ ਮਤਲਬ ਕਿ ਪਰਸਨੈਲਿਟੀ ਸੀ ਫੋਟੋ ਤੇ ਦੇਖ ਕੇ ਠੀਕ ਲੱਗਿਆ। ਫਿਰ ਮੰਮੀ ਕਿੰਨੇ ਦੇਰ ਬਾਅਦ ਆਪਾਂ ਉਹ ਰੱਖਿਆ ਸੀ ਰੋਕੇ ਦੀ ਉਹ ਫਿਰ ਬਸ ਉਹ ਦੂਜੇ ਤੀਜੇ 15 ਦਿਨਾਂ ਦੇ ਵਿੱਚ ਆਹ ਕਰ ਲਿਆ ਸੀ। ਹਾਂ ਫਿਰ ਮਤਲਬ ਕਿ ਬਸ ਇੱਕ ਵੀਕ ਦੇ ਵਿੱਚ ਹੀ ਅਸੀਂ ਆਪਣਾ ਰੋਕੇ ਦਾ ਉਹ ਰੱਖ ਲਿਆ। ਫਿਰ ਰੋਕੇ ਦੇ ਅਸੀਂ ਸਿੰਪਲ ਹੀ ਬਸ ਇਧਰੋਂ 4-5 ਜਾਣੇ ਇਧਰੋਂ ਸੀ, 4-5 ਜਾਣੇ ਉਧਰੋਂ ਸੀ। ਫਿਰ ਅਸੀਂ ਰੋਕੇ ਦਾ ਮਾਰਚ ਦੇ ਵਿੱਚ ਸਾਡੀ ਅੰਗੇਜਮੈਂਟ ਹੋਈ ਸੀਗੀ। ਅਕਤੂਬਰ 23 ਅਕਤੂਬਰ ਦੀ ਸਾਡੀ ਮੈਰਿਜ ਸੀਗੀ। ਹਾਂ 23 ਅਕਤੂਬਰ ਦੀ ਸਾਡੀ ਮੈਰਿਜ ਸੀਗੀ। ਤੇ ਮਤਲਬ ਕਿ ਹਨਾ ਇਦਾਂ ਫਿਰ ਚਲੋ ਸਾਡੀ ਮੈਰਿਜ ਹੋ ਗਈ ਆ। ਹੁਣ ਮੈਨੂੰ ਵੀ ਐਲਾ ਕਹਿੰਦੇ ਬੱਚਿਆਂ ਨੇ ਆਪਣੀ ਮਰਜ਼ੀ ਨਾਲ ਕਰਾਇਆ। ਮੈਂ ਮਤਲਬ ਕਿ ਮੋਸਟਲੀ ਜਿੱਦਾਂ ਇਦਾਂ ਮੇਰੇ ਕਈ ਰਿਸ਼ਤੇਦਾਰ ਜਾਂ ਉਧਰੋਂ ਮੇਰੀਆਂ ਫਰੈਂਡ ਵੀ ਮੈਨੂੰ ਪੁੱਛਦੀਆਂ ਰਹਿੰਦੀਆਂ ਤੁਸੀਂ ਦੋਨੋਂ ਫੋਰਸ ਮੈਂਬਰ ਹੋ, ਕੀ ਤੁਹਾਡੀ ਲਵ ਮੈਰਿਜ ਆ? ਸਾਡੀ ਲਵ ਮੈਰਿਜ ਨਹੀਂ, ਸਾਡੀ ਅਰੇਂਜ ਮੈਰਿਜ। ਕਿਉਂਕਿ ਮੈਂ ਇੱਧਰ ਮਾਨਸਾ ਵੱਲ ਤਾਂ ਸਾਡੀ ਕੋਈ ਰਿਸ਼ਤੇਦਾਰੀਆਂ ਵੈਸੇ ਹੈ ਇੱਕ ਦੇ, ਮਤਲਬ ਕਿ ਦਿਮਾਗ 'ਚ ਵੀ ਹੈ ਨਹੀਂ ਸੀ ਵੀ ਮਾਨਸਾ ਡਿਸਟ੍ਰਿਕਟ 'ਚ ਮੇਰੀ ਮੈਰਿਜ ਹੋ ਜੂਗੀ। ਇਹ ਸੰਯੋਗ ਤਾਂ ਬਾਈ ਵਿਚੋਲੇ ਵੀ ਕਹਿ ਦਿੰਦੇ ਨੇ। ਹੁਣ ਵੀ ਵਿਚੋਲੇ ਲੋਕ ਹੁਣ ਤਾਂ ਵੈਸੇ ਵੀ ਪੂਰਾ ਹੀ ਮਤਲਬ ਕਿ ਆਹ ਹੋ ਗਿਆ ਜਿਵੇਂ ਪ੍ਰੋਪਰਟੀ ਡੀਲਰ ਵਾਲਾ ਕੰਮ ਹੋ ਗਿਆ। ਤੇ ਮੈਂ ਬੜੇ ਰਿਸ਼ਤੇ ਕਰਾਏ ਨੇ। ਕਰਾਉਣਾ ਤਾਂ ਦੇਖੋ ਪ੍ਰਮਾਤਮਾ ਹੀ ਹੈ, ਜੋ ਕੁਝ ਹੋਣਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੋਣਾ ਹੈ। ਤੇ ਪਰ ਸਾਡੇ ਵਿੱਚ ਵੀ ਇਹੀ ਗੱਲ ਸੀ, ਕੋਈ ਵਿਚਾਰ ਨਹੀਂ ਸੀ, ਸੰਯੋਗ ਵੱਡੇ ਸੀ। ਮੈਂ ਕਿਹਾ ਪਹਿਲੀ ਲక్ష్ਮੀ ਹੈ, ਮੈਂ ਮੋੜਦੀ ਨਹੀਂ। ਤੇ ਮਹਾਰਾਜ ਨੇ ਅੱਜ ਵੀ ਸੱਚੇ ਪਾਤਸ਼ਾਹ ਨੇ ਲక్ష్ਮੀ ਬਣਾ ਕੇ ਘਰੇ ਰੱਖੀ ਹੋਈ ਹੈ ਸਾਡੀ। ਤੇ ਠੀਕ ਹੈ ਨਾ, ਇਹਨੇ ਕਿਰਪਾ ਕੀਤੀ ਹੈ। ਹੁਣ ਵੀ ਵਿਚੋਲੇ ਕਹਿੰਦੇ ਨੇ ਅਸੀਂ ਰਿਸ਼ਤੇ ਕਰਾਉਣੇ। ਰਿਸ਼ਤੇ ਕੋਈ ਨਹੀਂ ਕਰਾਉਣ ਵਾਲਾ, ਰਿਸ਼ਤੇ ਤਾਂ ਤੋਂ ਲਿਖੇ ਹੁੰਦੇ ਨੇ, ਤਾਂ ਹੀ ਰਿਸ਼ਤੇ ਬਣ ਸਕਦੇ ਹੁੰਦੇ ਨੇ। ਤੇ ਮੰਮੀ ਨੇ ਇੰਨੇ ਜ਼ਿਆਦਾ ਰਿਸ਼ਤੇ ਕਰਾਏ ਨੇ, ਬਹੁਤ ਜ਼ਿਆਦਾ। ਤੁਹਾਨੂੰ ਮੈਂ ਫੋਟੋ ਦਿਖਾਉਂਗੀ ਲਾਸਟ ਤੇ, ਬਹੁਤ ਸਾਰੀਆਂ ਫੋਟੋ ਸਾਡੇ ਘਰ ਅੱਜ ਵੀ ਪਈਆਂ ਨੇ ਜਿਨ੍ਹਾਂ ਦੇ ਮੰਮੀ ਨੇ ਰਿਸ਼ਤੇ ਕਰਾਏ ਨੇ। ਮਤਲਬ ਕਿ ਇੱਕ ਪਰਿਵਾਰ ਦੇ ਵਿੱਚ ਮੰਮੀ ਨੇ ਘੱਟੋ ਘੱਟ 7-7 8-8 ਰਿਸ਼ਤੇ ਕਰਾਏ ਨੇ। ਜਿੱਦਾਂ ਇੱਕ ਵਿਆਹ ਦੇ ਵਿੱਚ ਜਾਂਦੇ ਹੁੰਦੇ ਸੀ ਉੱਥੇ ਹੀ ਕੁੜੀਆਂ ਮੁੰਡੇ ਦੇਖ ਕੇ ਉਹਨਾਂ ਦੇ ਵੀ ਨਾਲ ਰਿਸ਼ਤੇ ਕਰਾ ਦਿੰਦੇ ਸੀ। ਹੁਣ ਵੀ ਵੈਸੇ ਬਹੁਤ ਰਿਸ਼ਤੇ, ਸਾਰੇ ਰਿਸ਼ਤੇ ਕਾਮਯਾਬ ਨੇ, ਪਰ 2 ਰਿਸ਼ਤੇ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਜ਼ਰੂਰ ਮਤਲਬ ਕਿਆ ਹੋ ਗਏ। ਇੱਕ ਤਾਂ ਮੈਂ ਕਰਾਇਆ ਗਾ ਕੱਲੋ ਕਰਾਇਆ ਸੀਗਾ, ਉਹ ਰਿਸ਼ਤਾ ਮਤਲਬ ਕਿ ਸੂਚਾ ਤੁਸੀਂ ਸਾਡੇ ਰਿਸ਼ਤੇਦਾਰੀ ਚੋਂ ਲੜਕੀ, ਉਹ ਕੁੜੀ ਦਾ ਹਜੇ ਵੀ ਚੱਲੇ ਜਾਂਦਾ ਲੜਕਾ ਉਹਦੇ ਕੋਲੇ, ਉਹ ਪੇਕੇ ਘਰ ਬੈਠੀ ਹੈ ਵਿਚਾਰੀ। ਤੇ 1-2 ਕੁੜੀਆਂ ਦੇ ਰਿਸ਼ਤੇ ਜ਼ਰੂਰ ਮਤਲਬ ਕਿ ਉਹ ਤੁਹਾਨੂੰ ਪਤਾ ਹੁੰਦੇ ਤਾਂ ਸੰਯੋਗ ਨੇ। ਉਹਨਾਂ ਕੁੜੀਆਂ ਦੇ ਵੈਸੇ ਮੈਂ ਨਹੀਂ ਚਾਹੁੰਦੀ ਸੀ, ਮੈਂ ਉਹਨਾਂ ਕੁੜੀ ਵਾਲਿਆਂ ਨੂੰ ਵੀ ਬਹੁਤ ਥਾਵਾਂ 'ਤੇ ਦਿਖਾਏ, ਮੁੰਡੇ ਵਾਲਿਆਂ ਨੂੰ ਵੀ, ਤੇ ਬਣਦੇ ਤਾਂ ਸੰਯੋਗ ਨੇ ਰਿਸ਼ਤੇ ਉੱਥੇ ਬਣਨੇ ਸੀ। ਪਰ ਅੱਜ ਕੱਲ੍ਹ ਦੁਨੀਆ ਦਾ ਕੰਮ ਇਹ ਹੈ, ਜੇ ਤਾਂ ਚੰਗਾ ਬਣ ਜਾਂਦਾ ਫਿਰ ਤਾਂ ਅਗਲਾ ਕਹਿੰਦਾ ਮੇਰੇ ਬੱਚੇ ਦੀ ਕਿਸਮਤ ਹੈ, ਜੇ ਮਾੜਾ ਬਣ ਜਾਂਦਾ ਫਿਰ ਅਗਲਾ ਕਹਿੰਦਾ ਇਹ ਸਾਰਾ ਕੰਮ ਵਿਚੋਲੇ ਦਾ। ਵਿਚੋਲਾ, ਪਰ ਮੈਂ ਅੱਜ ਤੱਕ ਵਿਚੋਲੇ ਵਾਲਾ ਕੰਮ ਨਹੀਂ ਕੀਤਾ, ਕਿਸੇ ਗੱਲ ਦਾ ਓਲਾ ਨਹੀਂ ਰੱਖਿਆ। ਰਿਸ਼ਤਾ ਕਰਾਇਆ, ਜ਼ਮੀਨ ਜਾਇਦਾਦ ਅਗਲੇ ਨੂੰ ਪੂਰੀ ਦੱਸੀ ਹੈ, ਜੋ ਲੈਣ ਦੇਣਾ ਅਗਲੇ ਦਾ ਉਹ ਅਗਲੇ ਦੇ ਸਾਹਮਣੇ ਬਿਠਾ ਕੇ ਗੱਲ ਕੀਤੀ ਹੈ। ਵੀ ਰਿਸ਼ਤਾ ਦਿਖਾਇਆ ਆਉਂਦੇ ਸੀ ਵੀ ਭਾਈ ਹੁਣ ਤੁਸੀਂ ਆਪਦੀ ਪੜਤਾਲ ਕਰ ਲਓ, ਜਿੱਦੇ ਤੁਹਾਨੂੰ ਐ ਹੋਗਾ ਵੀ ਸਾਡਾ ਠੀਕ ਹੈ ਸਾਨੂੰ, ਉਹਦੇ ਤੁਸੀਂ ਮੈਨੂੰ ਦੱਸ ਦਿਓ, ਉਹਦੇ ਬੈਠ ਕੇ ਗੱਲ ਕਰ ਲਾਂਗੇ। ਇੰਨੀ ਕਿਰਪਾ ਨੌਵੇਂ ਪਾਤਸ਼ਾਹ ਦੀ, ਬਹੁਤ ਵਧੀਆ ਰਿਸ਼ਤੇ ਜਿੰਨੇ ਕਰਾਏ ਬਹੁਤ ਵਧੀਆ ਸਾਰੇ। ਅੱਜ ਵੀ ਜਸ ਗਾਉਂਦੇ ਨੇ। ਇੱਕ ਮੈਂ ਸਦੂਲਗੜ੍ਹ ਰਿਸ਼ਤਾ ਕਰਾਇਆ, ਉਹਨਾਂ ਦਾ ਲੜਕਾ ਵੀ ਹੋਣਾ ਮਤਲਬ ਕਿ ਅੱਗੇ ਆਹ ਹੋ ਗਿਆ। ਉਹ ਆਂਦੇ ਵੀ ਤਾਂ ਅਸੀਂ ਤੈਨੂੰ ਸਪੈਸ਼ਲ ਸਨਮਾਨਿਤ ਕਰਨਾ ਹੋਣਾ ਕਿ ਤੂੰ ਸਾਨੂੰ ਇੰਨਾ ਵਧੀਆ ਅਸੀਂ ਮਤਲਬ ਕਿ ਜੀਵਨ ਸਾਥੀ ਸਾਨੂੰ ਇੱਕ ਦੂਜੇ ਨੂੰ ਤੁਸੀਂ ਪਾਲ ਕੇ ਦਿੱਤਾ। ਫਿਰ ਸਾਡੀ ਮਤਲਬ ਕਿ ਤੁਹਾਨੂੰ ਦੱਸਿਆ ਮਾਰਚ 'ਚ ਸਾਡੀ ਅੰਗੇਜਮੈਂਟ ਹੋਈ ਸੀਗੀ, ਅਕਤੂਬਰ ਸਾਡੀ ਮੈਰਿਜ ਹੋ ਗਈ ਹੈ ਨਾ।
ਮਤਲਬ ਕਿ ਉਹ ਮੈਰਿਜ ਦਾ ਇੱਕ ਟਵਿਸਟ ਦੱਸਦੀ, ਕਿਉਂਕਿ ਸਾਡਾ ਵਿਚੋਲਾ ਨਾ ਹੋਣ ਕਰਕੇ। ਚਲੋ ਵੈਸੇ ਫਿਰ ਤਾਂ ਮੰਮੀ ਹੁਣੀ ਮੇਰੇ ਨਾਲ ਵੀ ਗੱਲ ਕਰਨ ਲੱਗ ਗਈ ਸੀ, ਕੋਈ ਵੀ ਗੱਲ ਹੁੰਦੀ ਸੀ ਅਸੀਂ ਇੱਦਾਂ ਡਾਇਰੈਕਟ ਹੀ ਫੋਨ ਕਰ ਲੈਂਦੇ ਹੁੰਦੇ ਸੀਗੇ ਇੱਕ ਦੂਜੇ ਨੂੰ। ਤੇ ਮੈਰਿਜ ਵਾਲੇ ਦਿਨ ਮਤਲਬ ਕਿ ਜਿਹੜੇ ਪੈਲਸ, ਫਿਰ ਇਹ ਵੀ ਕਦੀ ਉੱਧਰ ਬਰਨਾਲੇ ਵਾਲੇ ਨੂੰ ਗਏ ਨਹੀਂ ਸੀਗੇ ਹਨਾ, ਤੇ ਪੈਲਸ ਦਾ ਵੀ ਪਤਾ ਨਹੀਂ ਸੀ ਕਿਉਂਕਿ ਕੋਈ ਵਿਚੋਲਾ ਤਾਂ ਹੈ ਨਹੀਂ ਸੀ। ਮਤਲਬ ਕਿ ਪੈਲਸ ਦਾ ਪਤਾ ਸੀ ਬਟ ਕਰੈਕਟ ਲੋਕੇਸ਼ਨ ਮੰਮੀ ਹੁਣੀਆਂ ਨੂੰ ਵੀ ਨਹੀਂ ਸੀ ਪਤਾ। ਉਸੇ ਰਾਸਤੇ ਸਾਡੀ ਮੈਰਿਜ ਹੋਈ ਸੀਗੀ ਮਹਿਲ ਕਲਾਂ ਪੈਲਸ 'ਚ, ਉਸੇ ਰਾਸਤੇ ਉੱਦਾਂ ਹੀ ਇੱਕ ਸੂਏ ਦੇ ਪੁਲ ਤੇ ਸੇਮ ਉਹੀ ਪੈਲਸ ਆ, ਸਾਰੀਆਂ ਗੱਡੀਆਂ ਮੰਮੀ ਹੁਣੀ ਦੱਸਦੇ ਨੇ। ਮਤਲਬ ਕਿ ਸਾਡਾ ਪੈਲਸ ਅੱਗੇ ਸਾਰੀਆਂ ਗੱਡੀਆਂ ਇਹਨਾਂ ਨੇ ਉਸੇ ਪੈਲਸ ਦੇ ਵਿੱਚ ਲਾਤੀਆਂ। ਜਿਹੜਾ ਉਹ ਗਾਰਡ ਹੁੰਦਾ ਉਹਨਾਂ ਨੇ ਰੋਕਿਆ, ਭਾਈ ਇਹ ਸੈਕਿੰਡ ਬਰਾਤ ਕਿੱਥੋਂ ਆ ਗਈ? ਮੰਮੀ ਹੁਣੀਆਂ ਨੇ ਦੱਸਿਆ ਨਹੀਂ ਅਸੀਂ ਤਾਂ ਇੱਥੇ ਵਿਆਹੁਣ ਆਏ। ਮੰਮੀ ਹੁਣੀਆਂ ਨੇ ਦੱਸਿਆ ਨਹੀਂ ਅਸੀਂ ਤਾਂ ਇੱਥੇ ਵਿਆਹੁਣ ਆਏ ਆ ਹਨਾ। ਉਹ ਕਹਿੰਦੇ ਨਹੀਂ ਭਾਈ ਇੱਥੇ ਪਹਿਲਾਂ ਇੱਕ ਬਰਾਤ ਪਹੁੰਚ ਚੁੱਕੀ ਆ, ਜੇ ਨਾ ਪਹੁੰਚੀ ਹੁੰਦੀ ਫਿਰ ਹੋ ਸਕਦਾ ਤੁਹਾਡੀ ਐਂਟਰੀ ਹੋ ਜਾਂਦੀ ਵੀ ਹੁਣ ਇੱਥੇ ਆਲਰੇਡੀ ਇੱਕ ਬਰਾਤ ਪਹੁੰਚ ਚੁੱਕੀ ਆ, ਆਪਣੀਆਂ ਗੱਡੀਆਂ ਵਾਪਸ ਕਰੋ। ਫਿਰ ਮੰਮੀ ਹੁਣੀਆਂ ਨੇ ਫਿਰ ਸਾਰੀਆਂ ਉੱਥੋਂ ਗੱਡੀਆਂ ਵਾਪਸ ਕੀਤੀਆਂ, ਫਿਰ ਅੱਗੇ ਕਾਲ ਕੀਤੀ, ਫਿਰ ਦੱਸਿਆ ਨਹੀਂ ਉਹ ਵਾਲਾ ਪੈਲਸ ਨਹੀਂ, ਅੱਗੇ ਆ ਜਾਓ। ਫਿਰ ਉੱਥੇ ਪੈਲਸ ਮਤਲਬ ਕਿ ਮੰਮੀ ਹੁਣੀ ਫਿਰ ਉੱਥੇ ਪੈਲਸ 'ਚ ਪਹੁੰਚੇ। ਰਿਸ਼ਤਾ ਕੋਈ ਵੀ ਹੈ ਕਰੇ ਕਰਾਏ ਬਿਨਾ ਕੋਈ ਨਹੀਂ ਵੈਸੇ ਹੁੰਦਾ, ਕਰੇ ਕਰਾਵੇ ਆਪੇ ਮਾਨਸੀ ਕੁਛ ਨਹੀਂ ਆਤਾ। ਪਰ ਜਿਹੜਾ ਰਿਸ਼ਤਾ ਹੈ ਵਿਚੋਲੇ ਕਹਿ ਦਿੰਦੇ ਨੇ, ਜੇ ਹੁਣ ਮੈਂ ਆਖਾਂ ਮੈਂ ਕਹਿ ਦਿੰਦੀ ਹਾਂ ਵੀ ਹਾਂ ਮੈਂ ਕਰਵਾਏ ਨੇ, ਮੈਂ ਤਾਂ ਕੌਣ ਆ, ਪਰ ਵੀ ਉਹਦੇ ਵਿੱਚ ਦੇਣ ਲੈਣ ਜੋ ਵੀ ਪੈਸੇ ਦਾ ਜ਼ਿੰਦਗੀ ਦੇ ਵਿੱਚ ਹੁੰਦਾ, ਵਿਚੋਲਾ ਵੀ ਉੱਥੇ ਜਾ ਕੇ ਉਹ ਪ੍ਰਮਾਤਮਾ ਖੜਾਉਂਦਾ, ਉੱਥੇ ਖੜਨਾ ਪੈਂਦਾ। ਹਾਂ ਵੈਸੇ ਚਲੋ ਸਾਰਿਆਂ ਨੂੰ ਇੱਦਾਂ ਚਾਹੀਦਾ ਗਾ, ਜਿੱਦਾਂ ਕੋਈ ਵੀ ਰਿਸ਼ਤੇ ਨਾਤੇ ਆ ਹਨਾ ਲੋਕੀ ਡਿਮਾਂਡ ਕਰਦੇ ਆ, ਖਾਸ ਕਰਕੇ ਆਪਣੇ ਇੱਧਰ ਬਰਨਾਲਾ ਮਾਨਸਾ ਸੰਗਰੂਰ ਵੱਲ ਮਤਲਬ ਕਿ ਲੋਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਹਨਾ। ਕਿੱਲੇ ਦੇ ਮਗਰ ਇੱਧਰ ਕਿੱਲੇ ਦੇ ਮਗਰ ਲੱਖ ਰੁਪਏ ਮੰਗਦੇ ਨੇ, ਲੱਖ ਤੋਂ ਜ਼ਿਆਦਾ ਹੀ ਮੰਗਦੇ ਨੇ। ਹਰ ਕਿਸੇ ਨੂੰ ਚਾਹੀਦਾ ਗਾ ਜੋ ਜਿਨ੍ਹਾਂ ਨਾਲ ਤੁਹਾਡਾ ਰਿਸ਼ਤਾ ਜੋੜਨ ਵਾਲਾ ਉਹ ਵੀ ਤੁਹਾਡੇ ਰਿਸ਼ਤੇਦਾਰ ਨੇ, ਕਿਉਂਕਿ ਤੁਸੀਂ ਉਹਨਾਂ ਨੂੰ ਗਰੀਬ ਕਰਕੇ ਅਮੀਰ ਹੋਣਾ ਕੋਈ ਬਾਹਲੀ ਵਧੀਆ ਗੱਲ ਨਹੀਂ ਆ। ਮਤਲਬ ਕਿ ਨੈਚੁਰਲੀ ਗੱਲ ਗਰੀਬ ਹੋਣ ਵਾਲੀ ਗੱਲ ਹੀ ਆ, ਚਾਹੇ ਅਗਲਾ ਜਿੰਨਾ ਵੀ ਘਰੋਂ ਤਕੜਾ ਮੰਨਿਆ ਹੁਣ 20-25 ਲੱਖ ਰੁਪਏ ਅਗਲੇ ਦੇ ਘਰੋਂ ਚਲਿਆ ਗਿਆ, ਉਹ ਕੋਈ ਛੋਟੀ ਗੱਲ ਨਹੀਂ ਹੈ। ਇਸ ਕਰਕੇ ਸਾਰਿਆਂ ਨੂੰ ਚਾਹੀਦਾ ਬਿਨਾਂ ਦਹੇਜ ਦੇ ਰਿਸ਼ਤੇ ਕਰਨੇ ਚਾਹੀਦੇ ਨੇ, ਉਹੀ ਜ਼ਿਆਦਾ ਸਕਸੈਸਫੁਲ ਆ। ਗੁੜੀਆ ਨਾਲ ਹੈ, ਜੋ ਕੁਛ ਕਿਹਾ ਸੀ ਅੱਜ ਤੱਕ ਇੱਕ ਦਿਨ ਕਹਦੇ ਇਹਦਾ ਮਾਮਾ ਕਹਿ ਦਿੰਦਾ ਸਾਡਾ ਰਿਸ਼ਤਾ ਇਦਾਂ ਦਾ ਗਾ ਵੀ ਜੋ ਵੀ ਮੇਰੇ ਘਰਦਿਆਂ ਨੇ ਦਿੱਤਾ ਆਪਣੀ ਮਰਜ਼ੀ ਨਾਲ। ਬਸ ਇੱਕ 350 ਬੰਦਾ ਸਾਡੇ ਪੈਲਸ 'ਚ ਗਿਆ ਸੀਗਾ, ਬਸ ਹਲਕਾ ਫੁਲਕਾ ਮੈਂ ਫਰਨੀਚਰ ਦਾ ਸਮਾਨ ਲੈ ਕੇ ਆਈ ਹਾਂ, ਜੋ ਮਤਲਬ ਕਿ ਮੇਰੀ ਆਪਣੀ ਮਰਜ਼ੀ ਸੀ ਉਹੀ ਹੈ। ਇਸ ਤੋਂ ਜ਼ਿਆਦਾ ਅਸੀਂ ਕੁਛ ਇਹਨਾਂ ਦੀ ਕੋਈ ਡਿਮਾਂਡ ਨਹੀਂ ਸੀਗੀ। ਮਤਲਬ ਕਿ ਇੱਦਾਂ ਬਹੁਤ ਵਧੀਆ ਗਾ, ਹਰ ਕਿਸੇ ਨੂੰ ਇੱਦਾਂ ਚਾਹੀਦਾ ਵੀ ਅਗਲੇ ਦਾ ਬਿਲਕੁਲ 1 ਰੁਪਏ 'ਤੇ ਰਿਸ਼ਤਾ ਕਰਨਾ ਚਾਹੀਦਾ। ਉਹ ਜੋ ਕੁੜੀ ਵਾਲਿਆਂ ਦੀ ਡਿਮਾਂਡ ਅਗਲਾ ਮਤਲਬ ਕਿ ਜੋ ਅਗਲੇ ਦੀ ਸਰਦਾ ਉਹ ਦੇ ਦੂਗਾ, ਮੰਗ ਕੇ ਲੈਣਾ ਬਹੁਤ ਗਲਤ ਗੱਲ ਆ, ਬਹੁਤ ਜ਼ਿਆਦਾ। ਦੇਖੋ ਮੇਰੇ ਇਕੱਲਾ ਜਵਾਕ ਹੈ, ਇਹ ਨੂੰਹ ਪੁੱਤ ਨੇ, ਜੇ ਇਹ ਆਪਦੇ ਪੇਕੇ ਤੋਂ ਦਾਜ ਲੈ ਕੇ ਉਹ ਹੈਗਾ ਤਾਂ ਇਸੇ ਦਾ ਹੀ ਸੀ ਨਾ, ਕਿਉਂ ਐਵੇਂ ਆਪਦਾ ਮੂੰਹ ਦਾ ਮਾਨ ਗਵਾਵੇ। ਹੁਣ ਆਪਾਂ ਨੂੰ ਕੁੜੀਆਂ ਕਹਿ ਨਹੀਂ ਸਕਦੀ ਕਿਉਂਕਿ ਇਹਦਾ ਘਰ ਹੈਗਾ, ਇੱਥੇ ਵੀ ਇਹਦਾ, ਜਿਹੜਾ ਲੈ ਕੇ ਆਉਂਦੀ ਉਹ ਵੀ ਇਹਦਾ ਸੀ, ਕਿਉਂ ਆਪਣਾ ਮਾਨ ਗਵਾਓ। ਬਿਲਕੁਲ ਰਿਸ਼ਤੇ ਵਾਲੀ ਮੰਗ ਬਿਲਕੁਲ ਨਾ ਰੱਖੋ। ਮੱਲ ਕੇ ਮਾਂ ਬਾਪ ਨੂੰ ਚਾਹੀਦਾ ਵੀ ਨਹੀਂ ਭਾਈ ਤੁਹਾਡੇ ਦੋਨਾਂ ਜੀਆਂ ਦੀ ਸਹਿਮਤੀ ਜ਼ਰੂਰੀ ਹੈ, ਤੇ ਦਹੇਜ ਵਾਲਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਬਸ ਹਾਂ ਇਹ ਸਾਰਿਆਂ ਲਈ ਬਹੁਤ ਗਲਤ ਗੱਲ ਆ। ਹਰ ਕਿਸੇ ਮਤਲਬ ਕਿ ਜੋ ਘਰ ਤੁਹਾਡੇ ਆ ਰਿਹਾ ਬੱਚਾ ਉਹ ਵੀ ਤੁਹਾਡਾ ਆਪਣਾ ਬੱਚਾ, ਉਹਨਾਂ ਦੇ ਘਰੋਂ ਮੰਗ ਕੇ ਕੋਈ ਤੁਸੀਂ ਬਹੁਤ ਜ਼ਿਆਦਾ ਵੱਡੇ ਨਹੀਂ ਹੋ ਜਾਣ ਲੱਗੇ। ਜਾਂ ਅਗਲਾ ਇੱਦਾਂ ਡਿਮਾਂਡ ਵੀ ਕਰ ਦੇਣਗੇ ਲੋ ਸਾਡੀ ਤਾਂ ਕੋਈ ਮੰਗ ਨਹੀਂ, ਮਤਲਬ ਕਿ ਜਦੋਂ ਮੰਗ ਹੀ ਲਿਆ ਫਿਰ ਉਸ ਤੋਂ ਬਾਅਦ ਕੀ ਪਿੱਛੇ ਰਹਿ ਗਿਆ ਹਨਾ। ਬਲਜੀਤ ਨੂੰ ਥੋੜਾ ਕੰਮ ਹੋ ਗਿਆ ਸੀਗਾ ਜ਼ਰੂਰੀ, ਇਸ ਕਰਕੇ ਉਹ ਵਿੱਚੋਂ ਵੀਡੀਓ ਦੇ ਡਰੋਪ ਕਰਕੇ ਚਲੇ ਗਏ ਹਨਾ, ਉਹਨਾਂ ਨੂੰ ਕੋਈ ਕੰਮ ਸੀਗਾ। ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹਨਾ। ਇਸ ਕਰਕੇ ਸਾਰੇ ਮਤਲਬ ਕਿ ਜੋ ਵੀਡੀਓ ਦੇਖਦੇ ਆ ਉਹ ਦੇਖ ਕੇ ਛੱਡਿਆ ਨਾ ਕਰੋ, ਪਲੀਜ਼ ਲਾਈਕ ਕਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਆ, ਮਿਲਦੇ ਆ ਫਿਰ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ। ਤੁਹਾਨੂੰ ਮੈਂ ਉਹ ਮੰਮੀ ਦੀਆਂ ਜਿਹੜੀਆਂ ਕਲਿੱਪ ਮਤਲਬ ਕਿ ਮੰਮੀ ਨੇ ਜਿਹੜੇ ਰਿਸ਼ਤੇ ਕਰਾਏ ਆ ਉਹਨਾਂ ਦੀ ਮੈਂ ਕਲਿੱਪ ਵਿੱਚ ਐਡ ਕਰ ਦਾਂਗੀ। ਅੱਜ ਮੰਮੀ ਘਰ ਦੀ ਸਫਾਈ ਵੀ ਕਰ ਰਹੇ ਸੀ, ਤੇ ਇਹ ਮੰਮੀ ਉਹ ਕੁੜੀਆਂ ਮੁੰਡਿਆਂ ਦੀਆਂ ਫੋਟੋਆਂ ਜਿਨ੍ਹਾਂ ਨੇ ਮੰਮੀ ਨੇ ਮੇਰੀ ਨੇ ਬਹੁਤ ਰਿਸ਼ਤੇ ਕਰਾਏ ਨੇ। ਇਹ ਉਹ ਕੁੜੀਆਂ ਮੁੰਡਿਆਂ ਦੀਆਂ ਫੋਟੋਆਂ ਜਿਨ੍ਹਾਂ ਦੀ ਮੰਮੀ ਨੇ ਰਿਸ਼ਤੇ ਕਰਾਏ, ਅੱਧੀਆਂ ਤਾਂ ਹੈ ਵੀ ਨਹੀਂ, ਮਤਲਬ ਕਿ ਅੱਧ ਤੋਂ ਜ਼ਿਆਦਾ ਤਾਂ ਇੱਦਾਂ ਬਿਨਾਂ ਫੋਟੋ ਤੋਂ ਹੀ ਆ। ਇਹ ਉਹ ਵਾਲੇ ਨੇ ਜਿਨ੍ਹਾਂ ਨੇ ਮੰਮੀ ਨੇ ਰਿਸ਼ਤੇ ਕਰਾਏ, ਮੰਮੀ ਨੇ ਬਹੁਤ ਰਿਸ਼ਤੇ ਕਰਾਏ ਆ ਬਈ।